देश विदेशों दी खबरां देखने लिए सब्सक्राइब करो साडा चैनल ते बेल आइकन दबाना ना भूलना। जय भीम जय भारत। असीं इकट्ठे होए आ साडी बच्ची मनीषा ਉਹਦੇ ਨਾਲ ਜਿਹੜੀ ਦਰਿੰਦਗੀ ਹੋਈ ਤੇ ਉਹ ਦਰਦ ਇੱਥੇ ਝਲਕ ਰਿਹਾ। ਪੰਜਾਬ ਦੀ ਧਰਤੀ ਤੋਂ ਉਹ ਦਰਦ ਝਲਕਣਾ ਵੀ ਜ਼ਰੂਰੀ ਸੀ। ਜੇ ਨਹੀਂ ਝਲਕਦਾ ਤਾਂ ਕਿਤੇ ਨਾ ਕਿਤੇ ਪੰਜਾਬ ਤੇ ਮਿਹਣਾ ਰਹਿ ਜਾਂਦਾ ਵੀ ਮਨੀਸ਼ਾ ਦੇ ਹੱਕ 'ਚ ਅਸੀਂ ਇਕੱਠੇ ਨਾ ਹੋ ਸਕੇ, ਆਵਾਜ਼ ਨਾ ਬੁਲੰਦ ਕਰ ਸਕੇ ਜਾਂ ਲਿਖਣ ਵਾਲੀਆਂ ਕਲਮਾਂ ਉਹਦੇ ਲਈ ਲਿਖ ਨਾ ਸਕੇ। ਉਹਨੂੰ ਸਮਝਣ ਵਾਸਤੇ ਆਏ ਆ। ਬੜੇ ਜੇ ਆਪਾਂ ਸਿਰ ਜੋੜ ਕੇ ਬੈਠੀਏ ਗੱਲਬਾਤ ਕਰੀਏ, ਕਿਉਂਕਿ ਅਸੀਂ ਮਨੀਸ਼ਾ ਦੀ ਜਸਟਿਸ, ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਹੋ, ਅਸੀਂ ਇਹ ਨਾਰੇ ਲਾਉਣ ਲੱਗ ਜਾਂਦੇ ਹਾਂ। ਅਸਲ ਜੜ ਕਿੱਥੇ ਪਈ ਆ? ਜਿੱਥੋਂ ਮਨੀਸ਼ਾ ਤੇ ਹਮਲੇ ਹੋਏ ਜਾਂ ਮਨੀਸ਼ਾ ਵਰਗੀਆਂ ਸਾਡੀਆਂ ਬੱਚੀਆਂ ਤੇ ਪਹਿਲਾਂ ਉਹਨਾਂ ਦੇ ਹਮਲੇ ਹੋਏ, ਉਹਦੀ ਜੜ ਕਿੱਥੇ ਪਈ ਆ? ਇਹਦੇ ਬਾਰੇ ਅਸੀਂ ਕਦੇ ਨਹੀਂ ਸੋਚਦੇ। ਇਹ ਕਿੰਨਾ ਹਾਲਾਤਾਂ ਚੋਂ ਇਹ ਮਸਲੇ ਸਾਡੇ ਸਾਹਮਣੇ ਪੈਦਾ ਹੁੰਦੇ ਆ, ਇਹਦੇ ਬਾਰੇ ਵੀ ਅਸੀਂ ਕਦੇ ਨਹੀਂ ਸੋਚਦੇ। ਇਹਦੇ ਬਾਰੇ ਕਦੇ ਮੁਖਾਤਬ ਨਹੀਂ ਹੁੰਦੇ, ਸਿਰ ਜੋੜ ਕੇ ਨਹੀਂ ਬੈਠਦੇ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਬੜੇ ਵੱਡੇ ਨਾਰੇ ਤਿੱਖੇ ਤੇ ਜੋਸ਼ ਚਾ ਕੇ ਲਾਏ ਜਾਂਦੇ ਆ ਵੀ ਮਨੀਸ਼ਾ ਨੂੰ ਇਨਸਾਫ ਦੇਣਾ ਚਾਹੀਦਾ। ਮੋਦੀ ਵੀ ਮੁਰਦਾਬਾਦ ਤੇ ਯੋਗੀ ਵੀ ਮੁਰਦਾਬਾਦ। ਮੈਂ ਕਹਿੰਦਾ ਇਨਸਾਫ ਮਿਲਣਾ ਚਾਹੀਦਾ। ਮੋਦੀ ਤੇ ਯੋਗੀ ਮੁਰਦਾਬਾਦ ਕਹਿਣਾ ਚਾਹੀਦਾ ਸਾਨੂੰ। ਪਰ ਜੇ ਅਸੀਂ ਜੜ ਨੂੰ ਨਾ ਸਮਝਾਂਗੇ, ਜਿੱਥੇ ਇਹਨਾਂ ਨੇ ਜੜ ਲਾਈ ਆ ਉਹ ਜੜ ਨੂੰ ਨਹੀਂ ਪੱਟਾਂਗੇ, ਫਿਰ ਇੱਕ ਹੋਰ ਮਨੀਸ਼ਾ ਆਊਗੀ। ਅਸੀਂ ਉਹਦੇ ਲਈ ਵੀ ਸਿਰ ਜੋੜ ਕੇ ਐਂ ਬੈਠਾਂਗੇ ਤੇ ਇਨਸਾਫ ਦੀ ਮੰਗ ਕਰਾਂਗੇ। ਜੜ ਇਹਦੀ ਉਸ ਦਰਜਾ ਬਦਰਜੀ, ਉਸ ਊਚ ਨੀਚ ਤੇ ਜਾਤ ਪਾਤ ਚ ਪਈ ਆ ਜਿਹੜਾ ਸਵਰਨ ਜਾਤੀ ਨੇ, ਇਸ ਦੇਸ਼ ਦੀ ਸਵਰਨ ਜਾਤੀ ਨੇ ਹਜ਼ਾਰਾਂ ਸਾਲਾਂ ਤੋਂ ਸਿਰਜਿਆ ਹੋਇਆ। ਜਿਹੜੀ ਕੋਈ ਦੈਵੀ ਰਚਨਾ ਨਹੀਂ ਆ, ਇਹ ਕਿਸੇ ਗ੍ਰੰਥ ਚ ਨਹੀਂ ਲਿਖਿਆ, ਇਹਨਾਂ ਦੇ ਬਣਾਇਆ ਹੋਇਆ ਗ੍ਰੰਥਾਂ 'ਚ ਲਿਖੀ ਹੋਈ ਗੱਲ ਆ। ਪਰ ਇਹ ਮਨੁੱਖੀ ਬੁੱਧੀ 'ਚੋਂ ਪੈਦਾ ਕੀਤੀ ਗੱਲ ਆ ਵੀ ਕੋਈ ਜਾਤ ਪਾਤ ਵੀ ਹੁੰਦੀ ਆ, ਕੋਈ ਦਰਜਾ ਬਦਰਜੀ ਵੀ ਹੁੰਦੀ ਆ। ਜਦੋਂ ਭਗਤੀ ਲਹਿਰ ਚੱਲੀ, ਦੇਖੋ ਦੋ ਗੱਲਾਂ ਸਮਝਣ ਦੀ ਬਹੁਤ ਜ਼ਰੂਰਤ ਆ। ਇੱਕ ਗੱਲ ਪ੍ਰਤੱਖ ਹਕੀਕਤ ਤੇ ਅਟੱਲ ਸੱਚਾਈ, ਜਿਹਤੋਂ ਮੁਨਕਰ ਨਹੀਂ ਕੀਤਾ ਜਾ ਸਕਦਾ। ਪ੍ਰਤੱਖ ਹਕੀਕਤ ਸਾਡੇ ਸਾਹਮਣੇ ਪਈ ਹੁੰਦੀ ਆ, ਅਟੱਲ ਸੱਚਾਈ ਹਰ ਮਨੁੱਖ ਦੇ ਅੰਦਰ ਹੁੰਦੀ ਆ, ਉਹਦੀ ਰੂਹ ਦੇ ਅੰਦਰ ਹੁੰਦੀ ਆ, ਉਹ ਤੋਂ ਵੀ ਮੁਨਕਰ ਨਹੀਂ ਕੀਤਾ ਜਾ ਸਕਦਾ। ਪ੍ਰਤੱਖ ਹਕੀਕਤ ਤੇ ਅਟੱਲ ਸੱਚਾਈ ਇਹ ਆ ਵੀ ਜਦੋਂ ਤੱਕ ਅਸੀਂ ਜਾਤ ਪਾਤ ਦਾ ਵਿਰੋਧ, ਜਦੋਂ ਤੱਕ ਇਹ ਦਰਜਾ ਬਦਰਜੀ ਦਾ ਵਿਰੋਧ, ਜਦੋਂ ਤੱਕ ਜਿਸ ਤਰ੍ਹਾਂ ਇਲਾਹੀ ਚੀਜ਼ ਨੂੰ ਇਹ ਇਲਾਹੀ ਪਰ ਸਾਨੂੰ ਸਾਡੇ ਉੱਤੇ ਗਲਬਾ ਪਾਉਂਦੇ ਆ ਵੀ ਇਹ ਤਾਂ ਪੈਦਾ ਹੀ ਆਏ ਹੋਏ ਆ, ਅਸੀਂ ਤਾਂ ਪੈਦਾ ਹੀ ਆਏ ਹੋਏ ਆ। ਇਹ ਜਿਹੜੀ ਮਨੂ ਸਮ੍ਰਿਤੀਆਂ 'ਚ ਜਾਂ ਗ੍ਰੰਥਾਂ 'ਚ ਜਾਤ ਪਾਤ ਇਹਨਾਂ ਨੇ ਸਾਡੇ ਉੱਤੇ ਪਾਤੀ ਥੋਪਤੀ ਤੇ ਅਸੀਂ ਗ੍ਰਹਿਣ ਵੀ ਕਰ ਲਈ। ਉਹਦਾ ਖੰਡਨ ਕਰਨਾ ਪਊਗਾ, ਉਸੇ ਤਰ੍ਹਾਂ ਖੰਡਨ ਕਰਨਾ ਪਊਗਾ ਜਿਵੇਂ ਮਹਾਤਮਾ ਬੁੱਧ ਨੇ ਕੀਤਾ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਤੇ ਜਿਵੇਂ ਡਾਕਟਰ ਭੀਮ ਰਾਓ ਅੰਬੇਦਕਰ ਨੇ ਕੀਤਾ ਸੀ। ਹੁਣ ਦੇਖੋ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦੇ ਆ। ਗੁਰੂ ਨਾਨਕ ਸਾਹਿਬ ਨੇ ਆਪਦੇ ਨਾਲ ਦੋ ਪਰੰਪਰਾਵਾਂ ਲੈ ਕੇ ਚੱਲੇ, ਉਹ ਮਰਦਾਨਾ ਤੇ ਬਾਲਾ। ਉਹਨਾਂ ਦੋਨਾਂ ਤੋਂ ਬਿਨਾਂ ਉਹ ਕੋਈ ਦੋ ਵਿਅਕਤੀ ਨਹੀਂ ਸੀ, ਦੋ ਪਰੰਪਰਾਵਾਂ ਨਾਲ ਤੁਰਦੀਆਂ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਸੰਗਤ ਤੇ ਪੰਗਤ 'ਚ ਲੰਗਰ ਦੀ ਸਾਨੂੰ ਪ੍ਰਥਾ ਚਲਾਈ, ਉਹ ਲੰਗਰ ਦਾ ਮਤਲਬ ਭੁੱਖਿਆਂ ਨੂੰ ਲੰਗਰ ਛਕਾਉਣਾ ਨਹੀਂ ਸੀ। ਲੰਗਰ ਦਾ ਮਤਲਬ ਇਹ ਸੀ ਇੱਕੋ ਰਸੋਈ 'ਚ ਖਾਣਾ ਪੱਕੇ, ਇੱਕ ਥਾਂ ਤੇ ਬੈਠ ਕੇ ਹਰ ਬੰਦਾ ਖਾਵੇ, ਤਾਂ ਕਿ ਜਿਹੜੀ ਇਹ ਉਸ ਵੇਲੇ ਦੀ ਦਰਜਾ ਬਦਰਜੀ ਆ ਉਹਨੂੰ ਟੱਕਰ ਦਿੱਤੀ ਜਾ ਸਕੇ। ਸੋ ਉਸ ਪ੍ਰਥਾ ਦਾ ਮਤਲਬ ਸੀ ਜਿਹੜਾ ਉਹ ਦਰਜਾ ਬਦਰਜੀ ਦਾ ਵਿਰੋਧ ਕਰਨਾ ਸੀ, ਜਾਤ ਪਾਤ ਦਾ ਵਿਰੋਧ ਕਰਨਾ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਆਪਦਾ ਫਲਸਫਾ ਸਾਨੂੰ ਕਿਹਾ, ਮਾਨਸ ਕੀ ਜਾਤ, ਜਾਂ ਉਹਨਾਂ ਨੇ ਕਿਹਾ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਸੇ ਸਾਂਝਾ ਗੁਪਜਾ ਕੌਣ ਭਲੇ ਕੌਣ ਮੰਦੇ। ਸੋ ਉਸੇ ਤਰ੍ਹਾਂ ਸਿੱਖ ਧਰਮ, ਜਾਂ ਮੈਂ ਇੱਕ ਜਿਹੜੀ ਅਟੱਲ ਸੱਚਾਈ ਆ ਸਾਡੇ ਸਿੱਖਾਂ ਨੂੰ ਵੀ ਸੰਬੋਧਨ ਕਰਦਾ, ਤੁਸੀਂ ਵੀ ਦਰਜਾ ਬਦਰਜੀ ਕਰਕੇ ਬੈਠੇ ਹੋ, ਉਹਦਾ ਵੀ ਖੰਡਨ ਕਰਨਾ ਪਊਗਾ ਸਾਨੂੰ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਿਧੀ ਚੰਦ ਸ਼ੀਨਾ ਉਹਨਾਂ ਦੇ ਨਾਲ ਸੀ, ਉਹਨਾਂ ਲਈ ਲੜਿਆ, ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਦੇ ਹਿੱਕ ਨਾਲ ਲਾ ਕੇ ਕਿਹਾ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਉਹ ਦਰਜਾ ਬਦਰਜੀ ਦਾ ਵਿਰੋਧ ਸੀ। ਗੁਰੂ ਦਾ ਸੀਨਾ ਕਿਹਾ ਉਹਨੂੰ, ਸੀਨੇ 'ਚ ਦਿਲ ਆ ਤੇ ਦਿਲ 'ਚ ਹੀ ਸਭ ਕੁਝ ਹੁੰਦਾ। ਉਦੋਂ ਅੱਗੇ ਚੱਲਦੇ ਆ, ਸਿੱਖ ਫਲਸਫੇ ਤੇ ਆਉਣੇ ਆ ਜਿਹਨੂੰ ਅਸੀਂ ਸਮਝਦੇ ਨਹੀਂ ਅੱਜ। ਜਦੋਂ ਭਾਈ ਜੈਤਾ ਜੀ
गुरु तेग बहादुर का सिर लैके आए। गल बहुत वड्डी आ, साडे लई सोचण वाली आ। सिर लैके दिल्ली पहुंचते आ, दिल्ली तो लैके आउंदे आ गुरु साहब कोले। तो गुरु साहब 9 साल की उम्र सी, 10वें पातशाह दी। उन्होंने कहा रंगरेटा गुरु का बेटा। रंगरेटा भी उसे दर्जा बदर्जी चो पैदा होया सी, पर रंगरेटा इनू गुरु का बेटा कहा सी। उसे दर्जा बदर्जी नू खत्म कीता सी। फिर सब तो बड़ा टर्निंग पॉइंट गुरु साहब ने भाई जैता जी नू पूछया भी दसो उत्थे होर भी कोई सिख सी। भाई जैता जी कहंदे पातशाह ये किवें पछाणिया जा सकदा इन्नी भीड़ च, जे होणगे तां होणगे भी। टर्निंग पॉइंट की सी? गुरु साहब कहंदे अज तो बाद सिख दी पछाण विलक्षण होगी, सिख हजारां च पछाणिया जाऊगा। 10वें पातशाह दी अगली कहानी ये टर्निंग पॉइंट है सिख हिस्टरी दे। जे सिख नहीं समझते कोई फायदा नहीं तुहानू आपदे आप नू सिख कहण दा। भाई गुरु साहब दे नाल भाई संगत जी सीगे जेड़े चमकौर दी गढ़ी च, कित्थे है सुखदेव भाई? संगत जी सीगे, भाई संगत जी सी ना चमकौर दी गढ़ी च। गुरु साहब दे नाल गुरु साहब नू 5 प्यारिਆਂ ने हुक्म दिता कि पातशाह थोड़ी लोड़ आ कौम नू, तुसीं जे रहोगे इत्थे थोड़ी रूह रहूगी तो होर बहुत जरनैल पैदा कर लोगे, पर साडे तो नहीं पैदा होने। गुरु साहब ने आपदी पग ते कलगी ला के भाई संगत जी दे सीस ते रखती ते कहा हुण सिख पंथ दी इज्जत ते सिख पंथ दी पातशाही तुहाडे कोले आ। ये जे असीं गल नहीं समझांगे साडा सिख होण दा कोई फायदा नहीं होगा। असीं दर्जा बदर्जी ते जात पात दे विरोध च लड़ना। जड़ उत्थे पई आ जिथे मनीषा ते हमला हुंदा, सानू उवें खंडन करना पऊगा जिवें डॉक्टर भीमराव अंबेडकर ने गांधी महात्मा गांधी नू कहा सी। पुणे राउंड टेबल कॉन्फ्रेंस हो रही सी, महात्मा गांधी कहते असी नहीं पुणे की गल है जी ये नहीं बहुत कॉन्फ्रेंसिस हुई, एक राउंड टेबल कॉन्फ्रेंस पुणे की गल। हाँ जी, सो चलो मीटिंग हुई। मीटिंग च श्री अपने बाबा साहब अंबेडकर उन्होंने कहते भी असी एक नेशन बिल्डिंग करनी आ, ये देश सिरजना ते इत्थे दर्जा बदर्जी नूं असीं खत्म कर लांगे जिवें संविधान च असीं लिखी जाने आ। हुण डॉक्टर भीमराव अंबेडकर कहते इस तरह प्रीति भोज करके इंटरकास्ट मैरिज करके ये दर्जा बदर्जी खत्म नहीं होनी। इस दर्जा बदर्जी की जड़ पई आ उन्हां सारे ग्रंथां च जिथों ये दर्जा बदर्जी की जड़ जे तुसीं उत्थों ना चकी ते जे तुसीं रिजर्वेशन दे लोगे, कली रिजर्वेशन रियायतां दे के या साडियां फीसां माफ करके तुसीं ये गल कह दोगे भी असीं नेशन बिल्ड कर रहे हैं, तो ये थोड़ी गलती है महात्मा जीओ। मोहनदास करमचंद गांधी कहते भी तू तो देश के हक च गल नहीं करता। इस गल पे डॉक्टर BR अंबेडकर कहते मेरे लिए कोई देश नहीं है महात्मा जी, मेरे लिए पहला मेरे लोग आ, उस तो बाद कोई देश आउंदा। सो साडे जिहड़े रहबर आ वो गुरु नानक साहब आ, साडे रहबर आ डॉक्टर BR अंबेडकर आ, जिन्हां ने जिहड़ी जड़ की गल की है भी जदों तक असीं जड़ नहीं पट्टांगे, जदों तक सैपरेट इलैक्टोरेट की गल करते सी वो संविधान च, उस गल ते उन्होंने कहा इन्हां नूं सैपरेट इलैक्टोरेट दिओ, नहीं तो तुसीं आपदे वर्गे लीडर पैदा करके इन्हां च वाड़ दोगे, इन्हां दीयां वोटां लै दोगे, ये फिर उत्थे दी उत्थे खड़े आ। इस गल दे विरोध च उन्होंने भुख हड़ताल करती स्वर्ण जाति लोगों ने। ते गल ये कही गई भी जे किते गल ये डॉक्टर BR अंबेडकर ने आपकी गल ना छड्डी तो असी और बापू नूं जे कुछ हो गया असी अग्गां ला देंगे, असी बलात्कार करांगे, असी बहुत बड़े तौर पर इस गल का विरोध करांगे भी डॉक्टर BR अंबेडकर की गल ते अड़े आ। सो साडी जिहड़ी लड़ाई आ वो शुरू आ उस दर्जा बदर्जी के खिलाफ। दलित कौन हुंदा यार? असी नहीं दलित आ। जे दलित कोई इहो जिहा वखरा वर्ग आ तो अज तो मैनू भी दलित दीप सिद्धू कह दो, मैनू कोई फर्क नहीं पैंदा। ये तो कोई गल ही नहीं है ना।
ਅਸੀਂ ਤਾਂ ਇਹ ਕਹਿ ਰਹੇ ਹਾਂ ਆਹ ਦਰਜਾ ਬਦਰਜੀ ਨਹੀਂ ਹੋਣੀ ਚਾਹੀਦੀ। ਤੁਸੀਂ ਇਤਿਹਾਸ ਨੂੰ ਲੈ ਕੇ ਖੜੇ ਹੋ, ਇਤਿਹਾਸ 'ਚ ਕਿਹਨੇ ਕੀ ਲਿਖਿਆ ਸਾਨੂੰ ਨਹੀਂ ਪਤਾ। ਅਸੀਂ ਊਚ ਨੀਚ ਜਾਤ ਪਾਤ ਨਹੀਂ ਰੱਖਣੀ, ਉਹਦੇ ਖਿਲਾਫ ਅਸੀਂ ਲੜਨਾ, ਆਪਦੀ ਆਵਾਜ਼ ਬੁਲੰਦ ਕਰਨੀ ਆ। ਸਾਡੀ ਗੱਲ ਸਿਰਫ ਇੱਥੋਂ ਤੱਕ ਹੀ ਸੀਮਤ ਆ। ਜੇ ਇਹਦੇ ਵਿੱਚ ਕੋਈ ਨਹੀਂ ਆਉਂਦਾ ਤੇ ਵਿਚਾਰਾਂ ਦੇ ਵਖਰੇਵੇਂ ਆ, ਅਸੀਂ ਉਹਨੂੰ ਮਾਣ ਸਨਮਾਨ ਦਿੰਦੇ ਆ, ਪਰ ਸਾਡੀ ਲੜਾਈ ਸਪਸ਼ਟ ਆ। ਤੇ ਇਸ ਸਪਸ਼ਟਤਾ 'ਚ ਮੈਨੂੰ ਕੋਈ ਇਹਦੇ 'ਚ ਇੱਕ ਆਨਾ ਵੀ ਇੱਕ ਤੋਰਾ ਵੀ ਇਸ ਸਪਸ਼ਟਤਾ ਤੋਂ ਮੈਂ ਹਟਦਾ ਨਹੀਂ ਆ। ਤੁਹਾਡੇ ਨਾਲ ਖੜਾ, ਜਿੱਥੇ ਲੜਾਈ ਲੜਨੀ ਹੋਏ ਨਾਲ ਆ ਕੇ ਖੜੂੰਗਾ, ਨਾਲ ਬੈਠੂੰਗਾ। ਜੇ ਕੋਈ ਦਲਿਤ ਦੀ ਗੱਲ ਕਰਦਾ ਤਾਂ ਮੈਂ ਖੁਦ ਦਲਿਤ ਆ। ਇਹ ਗੱਲ ਤੁਸੀਂ ਅੱਜ ਤੋਂ ਲਿਖਣੀ ਸ਼ੁਰੂ ਕਰ ਦਿਓ। ਚਾਹੇ ਮੈਂ ਇਹਦੇ ਗੱਲ 'ਚ ਕੋਈ ਅਸੀਂ ਇਨਸਾਨ ਨੂੰ ਨਹੀਂ ਪਛਾਣ ਸਕੇ। ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਕਿਹਾ ਗੁਰੂ ਸਾਹਿਬ ਨੇ। ਜੇ ਅਸੀਂ ਇਸ ਗੱਲ ਤੋਂ ਵੀ ਮੁਨਕਰ ਹੋ ਰਹੇ ਹਾਂ ਤੇ ਇਤਿਹਾਸ ਨੂੰ ਕਿਹਨੇ ਕਿਵੇਂ ਮਰੋੜ ਕੇ ਪੇਸ਼ ਕੀਤਾ, ਜੇ ਅਸੀਂ ਉਹਨਾਂ ਗੱਲਾਂ 'ਚ ਜਾਂਦੇ ਹਾਂ ਫਿਰ ਅਸੀਂ ਇੱਥੋਂ ਉੱਠ ਨਹੀਂ ਸਕਾਂਗੇ। ਸਾਨੂੰ ਉੱਠਣਾ ਪਊਗਾ ਆਪਦੇ ਅੰਦਰ ਪੋਜ਼ਿਟਿਵਿਟੀ ਰੱਖ ਕੇ। ਸਾਨੂੰ ਉੱਠਣਾ ਪਊਗਾ ਇਹ ਸਮਝ ਕੇ ਵੀ ਅਸੀਂ ਨਹੀਂ ਜਾਤ ਪਾਤ ਰੱਖਣੀ, ਨਹੀਂ ਦਰਜਾ ਬਦਰਜੀ ਰੱਖਣੀ। ਜਿਹੜੇ ਬੰਦੇ 'ਚ ਸਪਸ਼ਟਤਾ ਵੀ ਇਸ ਮਕਸਦ ਲਈ, ਇਸ ਕੌਜ਼ ਲਈ ਲੜਨਾ, ਉਹ ਬੰਦਾ ਸਾਡੇ ਨਾਲ ਤੁਰ ਪਏ। ਜਿਹੜੇ 'ਚ ਨਹੀਂ ਸਪਸ਼ਟਤਾ ਉਹ ਜਿਵੇਂ ਫਿਰ ਆਪਦਾ ਕੋਈ ਆਰਡਰ ਅਪਣਾਉਣਾ ਚਾਹੁੰਦਾ ਅਪਣਾ ਵੀ ਲਵੇ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਇੰਨੀਆਂ ਕੁ ਗੱਲਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦਾ ਤੁਹਾਨੂੰ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਔਰ ਡਾਕਟਰ B.R. ਅੰਬੇਦਕਰ, ਉਹਨਾਂ ਨੂੰ ਪੜ੍ਹੀਏ ਅਸੀਂ ਇੱਕ ਵਾਰੀ, ਉਹਨਾਂ ਨੂੰ ਸਮਝੀਏ, ਕਿਉਂਕਿ ਜਿੱਡੇ ਵੱਡੇ ਥਿੰਕਰ ਸੀ, ਜਿੱਡੇ ਵੱਡੇ ਉਹ सिर्फ एक फोन कॉल तो अपनी किस्मत बदलो। हर पासे तो निराश लोग एक बार जरूर फोन करो। टेवा जनवतरी वेख के हर समस्या का 101% हल। मन च आया प्यार, प्यार भी धोखा, सस नूं दा झगड़ा, पति पत्नी च अनबन, सौतन दुश्मन तो छुटकारा, कारोबार नौकरी, घर विच बरकत दा ना होना, कर्ज तो मुक्ति, करियर, लव मैरिज, लव प्रॉब्लम सोल्यूशन, मन चाहे प्रेम विवाह, विदेश यात्रा। शिव शक्ति ज्योतिष, बंगा रोड, सामने जीवी हस्पताल, फगवाड़ा। मोबाइल नंबर +91 9815268925।